ਲਾਹੌਰ नहीं देखा कहते वो जम्मिया नहीं। आज फिर तुम जम गए हो? मैं जम गया। कैसा पाया तुसी लाहौर? बच्चा नालों छोटा हो गया हुण। ननकाना साहब जावांगे जी, फैसलाबाद जावांगे शायद। चाहिए दुनिया में जहाँ कहीं भी हैं, अगर आप सिंधी हैं तो आपको सिंधी होने में फ़ख्र होना चाहिए, पंजाबी हैं तो पंजाबी होना चाहिए, बलोची हैं तो बलोची होना चाहिए, सिंधी हैं तो सिंधी होने में फ़ख्र नहीं। तो अगर पंजाबी ज़बान जो है पहली से लेकर 10वीं जमात तक अगर निसाब में शामिल होती है, इससे इनकरेजमेंट भी होगी और बच्चे पंजाबी से। मैं चले गया जी, अजकल कनाडा रहना। 18 साल हो गए मैनू गया ਨੂੰ। ਸਾਡੇ ਉੱਥੇ ਪ੍ਰੋਵਿੰਸ ਹੈਗੀ ਆ ਅਲਬਰਟਾ, ਉਹਦਾ ਸ਼ਹਿਰ ਹੈਗਾ ਕਲਗਰੀ। ਅਸੀਂ ਕਲਗਰੀ ਤੋਂ ਆਏ ਹਾਂ। ਮੈਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਘੁੰਮ ਸਕੇ ਘੁੰਮੇ ਆ। ਤੇ ਕੋਈ ਮਸ਼ਹੂਰ ਜਗ੍ਹਾ ਦੱਸੋ ਜਿੱਥੇ ਜਿੱਥੇ ਤੁਸੀਂ ਗਏ। ਬਿਲਕੁਲ ਜੀ, ਸਭ ਤੋਂ ਮਸ਼ਹੂਰ ਜਗ੍ਹਾ ਜਿਹੜੀ ਮੈਨੂੰ ਲੱਗੀ ਉਹ ਤਖਸ਼ਲਾ ਜਿਹੜੇ ਨੇ ਉਹਦੇ ਖੰਡਰ ਜਿਹੜੇ ਸੀ। ਅੱਛਾ, ਅਸੀਂ ਉੱਥੇ ਟੈਕਸਲਾ ਦੇ ਅਸੀਂ ਉੱਥੇ ਸਰਕਪ ਜਿਹੜਾ ਸ਼ਹਿਰ ਹੈ ਉਹਦਾ ਸਾਈਟ ਦੇਖਿਆ। ਬੁੱਧ ਮੱਠ ਦਾ ਜਿਹੜਾ ਜੂਲੀਆਨ ਸਾਈਟ ਹੈ ਉਹ ਅਸੀਂ ਦੇਖਿਆ ਤੇ ਉਹਨਾਂ ਦੇ ਬਾਰੇ ਜਿਹੜਾ ਮੈਂ ਉਹ ਸਾਡੀ ਇੱਕ ਵਿਜ਼ਿਟ ਸੀਗੀ। ਫਿਰ ਅਸੀਂ ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਤੇ ਬਾਕੀ ਗੁਰਦੁਆਰੇ ਵੀ ਦੇਖੇ। ਉਹ ਮੁਹੱਬਤ ਪਿਆਰ ਦਿੱਤੀ ਆ, ਉਹ ਸ਼ਾਇਦ ਸਾਨੂੰ ਗਲੇ ਲਾਇਆ ਉਹ ਸ਼ਾਇਦ ਅਸੀਂ ਪੂਰੀ ਲਾਈਫ ਆਪਣੇ ਚ ਨਹੀਂ ਭੁੱਲ ਸਕਦੇ। ਕਹਿੰਦੇ ਕਿ ਲਾਹੌਰ ਜਿਹਨੇ ਨਹੀਂ ਦੇਖਿਆ ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ? ਮੈਂ ਕਹਿੰਦਾ ਭਾਜੀ ਗੱਲ ਕਰਨ ਵਾਲੀ ਨਹੀਂ, ਇੰਨਾ ਆਨੰਦ ਆਇਆ ਜੀ ਇੱਥੇ ਆ ਕੇ, ਇੰਨਾ ਮਾਣ ਸਨਮਾਨ ਮਿਲਿਆ, ਇੰਨਾ ਭਰਾਵਾਂ ਨੇ ਪਿਆਰ ਸਤਿਕਾਰ ਦਿੱਤਾ, ਕਹਿਣ ਕਰਨ ਤੋਂ ਬਾਹਰ ਦੀਆਂ ਗੱਲਾਂ ਜੀ। ਫੂਡ ਸਟਰੀਟ ਜਾਣਾ ਸੀ। ਅੱਛਾ, ਉਹ ਲక్ష్ਮੀ ਚੌਕ ਜਾਣਾ ਸੀ ਅਸੀਂ ਤੇ ਹਿਮਾਚਲ ਜਾਣਾ ਜੀ। ਹਾਂ ਬਿਲਕੁਲ ਜਾਣਾ ਸੀ, ਉੱਥੇ ਵੀ ਸਿਰ ਰਣਜੀਤ ਸਿੰਘ ਦਾ ਉੱਥੇ ਅੱਜ ਰਣਜੀਤ ਸਿੰਘ ਦਾ ਕਿਲਾ ਦੇਖਣਾ ਸੀ, ਉਹ ਵੀ ਦੇਖਣਾ ਸੀ ਸਾਰਾ। जी मेरा नाम पलविंदर सिंह ढिल्लों है, मैं जर्मनी तो आया। मैं पिछले 25 साल तो जर्मन रह रहा ਤੇ ਤਕਰੀਬਨ ਮੇਰਾ ਇਸ ਦੂਸਰਾ ਚੱਕਰ ਹੈ ਸਾਲ ਵਿੱਚ ਪਾਕਿਸਤਾਨ। ਮੈਂ ਫਰਵਰੀ ਵਿੱਚ ਆਇਆ ਸੀ ਪਾਕਿਸਤਾਨ, ਚੌਹਾਨ ਸਾਹਿਬ ਮਾਤਾ ਕੀ ਗਿਫਟ ਲੈ ਕੇ ਆਏ ਪਾਕਿਸਤਾਨ ਇੰਡੀਆ ਤੋਂ ਜੀ। ਅਸੀਂ ਇਹਨਾਂ ਦੇ ਬਜ਼ੁਰਗਾਂ ਦਾ ਦਰਵਾਜ਼ਾ ਸੀ ਘਰ ਹੀ ਤੇ ਇੰਡੀਆ ਵਿੱਚ ਬਟਾਲੇ ਦੇ ਕੋਲ, ਉਹਨਾਂ ਦਾ ਦਰਵਾਜ਼ਾ ਸੀ। ਉਹ ਆਪਾਂ ਦਰਵਾਜ਼ਾ ਲੈ ਕੇ ਉਹਨਾਂ ਕੋਲ ਤੇ ਵਾਇਆ ਦੁਬਈ, ਵਾਇਆ ਕਰਾਚੀ, वाया फैसलाबाद, फिर लाहौर पहुँचाया इनको। अच्छा, ये बड़ी अहम। अस्सलाम वालेकुम नाज़रीन, मैं हूं आपका मेज़बान इजाज़ में भट्ट और आप देख रहे हैं टीवी टुडे स्पेशल। हमारा आज का जो प्रोग्राम है वो ख़ास तौर पे इंडिया से जो हमारे मेहमान सिख आए हुए हैं उनके साथ है और हमारा प्रोग्राम ज़्यादातर पंजाबी में होगा। हम आपको मुख्तलिफ जो सिख ब्रदर हमारे यहाँ आए हैं पाकिस्तान में, और ख़ास तौर पर लाहौर में मुख्तलिफ फेस्टिवल में वो शिरकत कर रहे हैं, उनसे आपकी मुलाकात कराते हैं और उनसे पूछते हैं कि उन्हें लाहौर और पाकिस्तान कैसा लगा। जी हमारे साथ एक मेहमान मौजूद हैं, अमरिंदर सिंह, इनसे गुफ्तगू करते हैं। जी आप कहाँ से आए हैं? मैं जी इस बार तो ਹੁਣ ਤਾਂ ਮੈਂ ਪੰਜਾਬੀ ਜੀ ਬੋਲਾਂਗੇ। बल्कि पंजाबी जी बोलो, पंजाबी ज़्यादा अच्छा रहेगा। जी दसो। ਤੇ ਮੈਂ ਜੀ ਵੈਸੇ ਫਿਰੋਜ਼ਪੁਰ ਤੋਂ ਹੀ, ਪਰ ਮੈਂ ਅੱਜ ਕੱਲ੍ਹ ਪਿਛਲੇ 10 ਸਾਲਾਂ ਤੋਂ ਸਿਡਨੀ ਆਸਟ੍ਰੇਲੀਆ 'ਚ ਰਹਿ ਰਿਹਾ ਤੇ ਲਾਹੌਰ ਆਉਣ ਦੀ ਬਹੁਤ ਚਿਰ ਤੋਂ ਇੱਛਾ ਸੀ, ਬਚਪਨ ਤੋਂ ਇੱਛਾ ਸੀ ਕਹਿ ਲਓ। ਇਹ ਦੱਸੋ ਕਿ ਲਾਹੌਰ ਤੁਸੀਂ ਪਹਿਲੀ ਵਾਰੀ ਵੇਖਿਆ? ਪਹਿਲੀ ਵਾਰ ਵੇਖਿਆ ਜੀ। ਕਹਿੰਦਾ ਮੈਂ ਤੁਸੀਂ ਜੰਮ ਗਏ ਹੋ? ਮੈਂ ਅੱਜ ਜੰਮ ਗਿਆ। ਮੈਂ ਅੱਜ ਅਲਬੇਲਾ ਸਾਹਿਬ ਨੇ ਇਹੀ ਕਿਹਾ ਸੀਗਾ ਕਿ ਮੈਂ ਅੱਜ ਜੰਮ ਗਿਆ। ਦੇਖ ਸਾਨੂੰ ਉਹ ਵਾਲਾ ਡਾਇਲੌਗ ਪੂਰਾ ਸੁਣਾ ਦਿਓ ਨਾ। ਕਿ ਜਿਹੜੇ ਲਾਹੌਰ ਨਹੀਂ ਦੇਖਿਆ ਕਹਿੰਦੇ ਉਹ ਜੰਮਿਆ ਨਹੀਂ। ਅੱਜ ਫਿਰ ਤੁਸੀਂ ਜੰਮ ਗਏ ਹੋ? ਮੈਂ ਜੰਮ ਗਿਆ। कैसा पाया ਤੁਸੀਂ ਲਾਹੌਰ? ਬੱਚਾ ਨਾਲੋਂ ਛੋਟਾ ਹੋ ਗਿਆ ਹੁਣ। ਅੱਛਾ, ਮੇਰੇ ਦੋ ਬੱਚੇ ਨੇ, ਇੱਕ ਬੇਟਾ ਇੱਕ ਬੇਟੀ ਹੈ ਜੀ। ਤੇ ਬੱਚੇ ਕਿੱਥੇ ਹੁੰਦੇ? ਮੇਰਾ ਬੇਟਾ ਇੱਥੇ ਇਸ ਵੇਲੇ ਮੋਹਾਲੀ ਹੈ, ਆਇਆ ਮੇਰੇ ਨਾਲ ਆਇਆ ਹੋਇਆ ਸਿਡਨੀ ਤੋਂ। ਅੱਛਾ। ਤੇ ਬੇਟੀ ਆਸਟ੍ਰੇਲੀਆ ਦੀ ਹੈ ਬਾਈਕ। ਅੱਛਾ, ਲਾਹੌਰ ਦੀ ਕਿਹੜੀ ਜਗ੍ਹਾ ਦੇਖੀ ਤੁਸੀਂ? ਹਜੇ ਤਾਂ ਮੈਂ ਆਇਆ ਹੀ ਅੱਜ ਹੀ ਆਇਆ ਜੀ। ਅੱਛਾ। ਅੱਜ ਸਿੱਧਾ ਕਾਨਫਰੰਸ ਹੀ ਆਇਆ। ਤੁਹਾਡੀ ਖੁਆਇਸ਼ ਕੀ ਹੈ, ਕਿਹੜਾ ਜਗ੍ਹਾ ਦੇਖਣੀ? ਲਾਹੌਰ ਦੀ ਸਾਰੀ ਜਿੰਨੀਆਂ ਜਗ੍ਹਾ ਦੇਖ ਸਕਾਂ ਮੈਂ, ਕਿਉਂਕਿ ਮੇਰੇ ਕੋਲ ਦਿਨ ਥੋੜੇ ਨੇ। ਮੈਂ ਕੋਸ਼ਿਸ਼ ਕਰੂੰਗਾ ਕਿ ਚਲੋ ਪਹਿਲਾਂ ਕਿਲਾ ਦੇਖਿਆ ਜਾਵੇ, ਸ਼ਾਹੀ ਕਿਲਾ ਦੇਖਿਆ ਜਾਵੇ, ਤੇ ਪ੍ਰਿੰਸੈਸ ਬੰਬਾ ਦੀ ਸਮਾਧ ਦੇਖੀ ਜਾਵੇ, ਫੂਡ ਸਟਰੀਟ ਦੇਖਣੀ ਹੈ ਜੀ, ਅਨਾਰਕਲੀ ਬਾਜ਼ਾਰ ਵਗੈਰਾ ਹੈ ਨਾ। ਬੜੀ ਅੱਛੀ ਹੈ, ਤੁਸੀਂ ਦੇਖੋ ਬੜਾ ਮਜ਼ਾ ਆਏਗਾ ਨਾ। ਹਾਂਜੀ, ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਹੁਣ ਇਸ ਤੋਂ ਬਾਅਦ ਮੈਂ ਉਧਰ ਨਹੀਂ ਜਾਵਾਂ। ਅੱਛਾ, ਇਹ ਦੱਸੋ ਕਿ ਇੱਥੇ ਵੀ ਜਿਹੜਾ ਪੰਜਾਬ ਗੌਰਮੈਂਟ ਨੇ ਇਹ ਸਜਾਇਆ ਸਾਰਾ ਮੇਲਾ ਜਿਹੜਾ ਅਲਹਮਰਾ ਓਪਨ ਕਲਚਰ ਕੰਪਲੈਕਸ ਦੇ ਵਿੱਚ, ਇੱਥੇ ਸਾਡੇ ਬਹੁਤ ਸਾਰੇ ਸਿੱਖ ਜਿਹੜੇ ਨੇ ਆਏ ਹੋਏ ਨੇ, ਤੇ ਦੱਸੋ ਤੁਸੀਂ ਇੱਥੇ ਇਹ ਜਿਹੜਾ ਤੁਹਾਨੂੰ ਪੰਜਾਬ ਹਕੂਮਤ ਦੀ, ਪਾਕਿਸਤਾਨ ਦੀ ਪੰਜਾਬ ਹਕੂਮਤ ਹੈ, ਉਹਦਾ ਜਿਹੜਾ ਸਾਰੇ ਇਕਦਾਮਾਤ ਤੁਹਾਨੂੰ ਕਿਹੋ ਜਿਹੇ ਲੱਗੇ ਨੇ? ਬਹੁਤ ਵਧੀਆ ਲੱਗਿਆ ਜੀ। ਜਿਸ ਲੈਵਲ ਤੇ ਇਹ ਹੋ ਰਿਹਾ, ਮੈਨੂੰ ਉਮੀਦ ਨਹੀਂ ਸੀ ਕਿ ਇਸ ਲੈਵਲ ਤੇ ਹੋ ਰਿਹਾ, ਤੇ ਜਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਆਈਆਂ ਨੇ, ਜੋ ਅੱਜ ਹੁਣ ਅੰਦਰ ਸੈਸ਼ਨ ਚੱਲ ਰਿਹਾ, ਬਹੁਤ ਵੱਡੇ ਲੋਕ ਤੇ ਬੜੀ ਸਿਆਣੀ ਤੇ ਸੂਝ-ਬੂਝ ਵਾਲੀ ਗੱਲਬਾਤ ਹੋ ਰਹੀ ਹੈ। ਤੇ ਪੰਜਾਬੀ ਦੇ ਵਾਸਤੇ ਜੋ ਐਫਰਟ ਕੀਤਾ ਜਾ ਰਿਹਾ, ਜਾਂ ਪੰਜਾਬੀ ਦੇ ਵਾਸਤੇ ਜੋ ਆਵਾਜ਼ ਉਧਰਲੇ ਪਾਸੇ ਤੇ ਇਧਰਲੇ ਪਾਸੇ, ਮੈਨੂੰ ਲੱਗਦਾ 10-12 ਕਰੋੜ ਤੋਂ ਵੱਧ ਲੋਕ ਹੋਣਗੇ ਜਿਹੜੇ ਪੰਜਾਬੀ ਜ਼ੁਬਾਨ ਬੋਲਦੇ ਨੇ, ਤੇ ਉਹਨਾਂ ਨੂੰ ਇਸ ਜ਼ੁਬਾਨ ਨੂੰ ਅੱਛਾ ਆਫੀਸ਼ੀਅਲ ਦਰਜਾ ਮਿਲਣਾ ਕਰਿਕੂਲਮ ਦੇ ਵਿੱਚ ਬਹੁਤ ਜ਼ਰੂਰੀ ਹੈ, ਜੋ ਮੈਨੂੰ ਸੁਣਨ 'ਚ ਮਹਿਸੂਸ ਹੋਇਆ ਕਿ ਜੋ ਇੱਥੇ ਨਹੀਂ ਹੈ। ਤੇ ਬਹੁਤ ਵਧੀਆ ਉਦਮ ਹੋ ਰਿਹਾ। ਮਜ਼ਾ ਆਇਆ ਤੁਹਾਨੂੰ? ਮਜ਼ਾ ਆ ਰਿਹਾ ਜੀ, ਬਿਲਕੁਲ। ਅੱਛਾ ਨਾਜ਼ਰੀਨ, ਇਹਨਾਂ ਨੂੰ ਬੜਾ ਮਜ਼ਾ ਆਇਆ ਤੇ ਤੁਹਾਨੂੰ ਅਸੀਂ ਹੋਰ ਵੀ ਜਿਹੜੇ ਇੱਥੇ ਸਿੱਖ ਦੋਸਤ ਆਏ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਾਉਂਦੇ ਆ। ਸਾਡੇ ਨਾਲ ਰਹੋ। ਇਹ ਸਾਡੇ ਨਾਲ ਵੀਰ ਸਿੰਘ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਤੁਸੀਂ ਕਿੱਥੋਂ ਆਏ ਹੋ ਤੇ ਦੱਸੋ ਜੀ ਤੁਸੀਂ ਕਿੱਥੋਂ ਆਏ ਹੋ? मेरा जिला तरन तारण है जी। अच्छा। और पिंड नागोके है उस पासे। हाँ जी। तो हुण इंडिया तो आए हो या ਆਸਟ੍ਰੇਲੀਆ ਕਿਤੇ ਹੋਰ? नहीं इंडिया तो ही आया जी, मैं इंडिया ਡਾਇਰੈਕਟ ਇੰਡੀਆ ਤੋਂ ਆਏ ਹੋ? हाँ जी। ਅੱਛਾ, ਤੇ ਤੁਸੀਂ ਇੱਥੇ ਇਕੱਲੇ ਆਏ ਹੋ ਜਾਂ ਤੁਹਾਡੇ ਨਾਲ ਹੋਰ ਵੀ ਕੋਈ ਆਇਆ? मेरा नाम मेरा भरा खड़ा है नासिर ढिल्लों। अच्छा। नहीं है जी, देखांगे तो फिर डिसाइड करांगे। अच्छा, और पहली बारी आए हो? पहली बारी आए जी। ਅੱਛਾ, ਤੁਹਾਡੇ ਜਿਹੜੇ ਮਾਂ-ਬਾਪ ਸਨ ਉਹ ਕਿੱਥੋਂ ਦੇ ਸਨ?
ਉਧਰ ਦੇ ਹੀ ਨਹੀਂ ਉਧਰ ਦੇ ਨੇ ਤੇ ਲਾਹੌਰ ਤੋਂ ਇਲਾਵਾ ਕਿਹੜੀ ਕਿਹੜੀ ਜਗ੍ਹਾ ਦੇਖੋ ਜਾਓਗੇ? ਨਨਕਾਣਾ ਸਾਹਿਬ ਜਾਵਾਂਗੇ ਜੀ, ਫੈਸਲਾਬਾਦ ਜਾਵਾਂਗੇ ਸ਼ਾਇਦ। ਇਹ ਦੱਸੋ ਕਿ ਪੰਜਾਬੀ ਜ਼ਬਾਨ ਨੂੰ ਦੋਵਾਂ ਪਾਸੇ ਜਿਹੜਾ ਲਾਗੂ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਹੈ? ਸਾਡਾ ਸਾਂਝਾ ਸਿਨੇਮਾ ਹੈ, ਸਾਂਝੀ ਜ਼ੁਬਾਨ ਕਰਕੇ ਸਾਂਝਾ ਹੈ ਜੀ। ਇੰਡਸਟਰੀ ਸਾਂਝੀ ਹੋਣੀ ਚਾਹੀਦੀ ਹੈ ਸਾਡੀ, ਐਂਡ ਰੱਬ ਸੁੱਖ ਰੱਖੇ, ਦੋਵਾਂ ਸਰਕਾਰਾਂ ਦੇ ਮਨ ਮੇਰ ਪਵੇ ਤਾਂ ਬਹੁਤ ਛੇਤੀ ਇਹ ਚੀਜ਼ ਵੀ ਪੋਸੀਬਲ ਹੈ। ਐਕਚੁਅਲੀ ਸਰਵਰ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਹਾਂ ਜਿਹੜਾ ਪੰਜਾਬੀ ਜ਼ਬਾਨ ਵਾਸਤੇ ਤੇ ਪੰਜਾਬੀ ਕਲਚਰ ਵਾਸਤੇ ਜਿਹੜਾ ਇਕਦਾਮਾਤ ਪੰਜਾਬ हुकूमतकारियों ਦੇ ਹਵਾਲੇ ਨਾਲ ਇਹਨਾਂ ਦਾ ਕੀ ਆਈਡੀਆ ਦੱਸੋ ਚੋਈ ਸਾਹਿਬ। देखिए जी, पंजाब में, पाकिस्तान में 9 करोड़ अवाम जो हैं पंजाबी बोलते हैं और इसके लिए एक बहुत सी तहरीक भी है। पूरे लोग पंजाब में चाहते हैं कि पंजाबी जो है उनकी लैंग्वेज जो है होनी चाहिए। दुनिया में जहाँ कहीं भी हैं, अगर आप सिंधी हैं तो आपको सिंधी होने में फ़ख्र होना चाहिए, पंजाबी हैं तो पंजाबी होना चाहिए, बलोची हैं तो बलोची होना चाहिए, सिंधी हैं तो सिंधी होने में फ़ख्र। तो अगर पंजाबी ज़बान जो है पहली से लेकर 10वीं जमात तक अगर निसाब में शामिल होती है, इससे इंकरेजमेंट भी होगी और बच्चे पंजाबी ਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਸੁਖਵਿੰਦਰ ਸਿੰਘ ਥਿੰਦ ਹੈ ਜੀ। ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਤੇ ਮੈਂ ਉੱਥੋਂ ਹੀ ਜੰਮ ਪੜਿਆ। ਉਸ ਤੋਂ ਬਾਅਦ ਮੈਂ ਨੌਕਰੀ ਕੀਤੀ ਹੈ ਲੁਧਿਆਣੇ ਜਾ ਕੇ, ਉੱਥੇ 35 ਸਾਲ ਸਰਵਿਸ ਕਰਕੇ ਤੋਂ ਮੈਂ ਚਲੇ ਗਿਆ ਜੀ। ਅੱਜ ਕੱਲ੍ਹ ਕੈਨੇਡਾ ਰਹਿਣਾ, 18 ਸਾਲ ਹੋ ਗਏ ਮੈਨੂੰ ਗਿਆ ਨੂੰ। ਸਾਡੇ ਉੱਥੇ ਪ੍ਰੋਵਿੰਸ ਹੈਗੀ ਆ ਅਲਬਰਟਾ, ਉਹਦਾ ਸ਼ਹਿਰ ਹੈਗਾ ਕੈਲਗਰੀ। ਅਸੀਂ ਕੈਲਗਰੀ ਤੋਂ ਆਏ ਹਾਂ। ਮੈਂ ਐਕਚੁਅਲੀ ਵੈਸੇ ਪਹਿਲਾਂ ਅਸੀਂ ਲੁਧਿਆਣੇ ਇੱਕ ਦਿਨ ਲਈ ਰੁਕੇ ਸੀ, ਉਸ ਤੋਂ ਬਾਅਦ ਅਸੀਂ ਵਾਘਾ ਬਾਰਡਰ ਥਾਣੀ ਇੱਥੇ ਆਏ ਹਾਂ। ਇੱਥੇ ਆਣ ਕੇ ਜਿਹੜਾ ਅਹਿਮਦ ਰਜ਼ਾ ਜੀ ਜਾਂ ਨਾਜ਼ਰ ਢਿੱਲੋਂ ਜੀ ਜਿਹੜਾ ਪ੍ਰੋਗਰਾਮ ਕਰਾ ਰਿਹਾ ਪੰਜਾਬੀ ਬਾਰੇ, ਬਹੁਤ ਤਗੜਾ ਉਦਮ ਹੈ ਇਹਨਾਂ ਦਾ, ਜਿਹੜੇ ਕਿ ਈਸਟ ਵੈਸਟ ਵਾਲੇ ਨੂੰ ਪੰਜਾਬਾਂ ਨੂੰ ਦੋਨਾਂ ਨੂੰ ਮਿਲਾ ਰਹੇ ਆ ਤੇ ਗਾਂ ਪੰਜਾਬੀ ਦੇ ਜਾਣਕਾਰੀ ਦੇ ਰਹੇ ਆ। ਤਾਈਆਂ ਤੋਂ ਉਹਨਾਂ ਨੇ ਸਲੋਗਨ ਲਿਖਿਆ, ਆਓ ਪੰਜਾਬੀ ਦੀ ਗੱਲ ਕਰੀਏ, ਤੇ ਬਹੁਤ ਵਧੀਆ ਲੱਗਾ। ਅਸੀਂ ਤੇ ਇਹੀ ਇੱਥੋਂ ਦਾ ਸਲੋਗਨ ਲੈ ਕੇ ਜਾਵਾਂਗੇ, ਪੰਜਾਬੀ ਬੋਲੀ ਨੂੰ ਹੋਰ ਉੱਚਾ ਕਰੀਏ ਔਰ ਹੋਰ ਸ਼ਹਿਰਾਂ, ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਵੀ ਪੰਜਾਬੀ ਦੇ ਕਾਫੀ ਹੋਰ ਤਰ੍ਹਾਂ ਦੀ ਗੱਲਾਂ ਬਾਤਾਂ ਕਰੀਦੀਆਂ। ਅੱਛਾ, ਤੁਸੀਂ ਇਹ ਦੱਸੋ ਕਿ ਤੁਸੀਂ ਲਾਹੌਰ ਪਹਿਲੀ ਵਾਰ ਆਏ ਕਿ ਪਹਿਲੇ ਵੀ ਆਏ ਹੋ? ਮੈਂ ਪਿਛਲੇ ਸਾਲ ਵੀ ਆਇਆ ਸੀ ਜੀ ਲਾਹੌਰ। ਅਸੀਂ ਉਦੋਂ ਵੀ ਇਹਨਾਂ ਪੰਜਾਬੀ ਕਾਨਫਰੰਸ ਕਰਾਉਣੀ ਸੀ। ਤੇ ਲਾਹੌਰ ਦੀ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਅੱਛੀ ਲੱਗੀ? ਸੰਤ ਸਾਰਾ ਪਿਆਰ ਮਿਲਦਾ ਯਾਰ, ਸਾਰੇ ਚੀਜ਼ ਮੈਨੂੰ ਤਾਂ ਸਾਰੇ ਬੰਦੇ ਹੀ ਆਪਣੇ ਲੱਗਦੇ ਆ, ਮੈਨੂੰ ਤਾਂ ਸਭ ਕੁਝ ਅੱਛਾ ਲੱਗਦਾ। ਅਸੀਂ ਉਦੋਂ ਸਾਰਾ ਪੰਜਾਬ ਘੁੰਮ ਕੇ ਗਏ ਸੀ, ਗੁਰਦੁਆਰੇ ਵੀ ਦੇਖੇ, ਪਿੰਡਾਂ 'ਚ ਵੀ ਗਏ ਸੀ, ਕਈ ਹਸਤੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ, ਵੀਡੀਓ ਵੀ ਬਣਾਈਆਂ, ਕਈ ਤਗੜੇ ਲੇਖਕ ਵੀ ਸੀ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ। ਤੇ ਲਾਹੌਰ ਨੂੰ ਤੁਸੀਂ ਕਿਹੜੀ ਕਿਹੜੀ ਜਗ੍ਹਾ ਦੇਖੋਗੇ? ਅਸੀਂ ਤਕਰੀਬਨ ਲਾਹੌਰ ਦੇਖ ਕੇ ਗਏ ਹਾਂ ਪਿਛਲੇ ਸਾਲ। ਅਸੀਂ ਤਾਂ ਹੁਣ ਸਿਰਫ ਇੱਕ ਚੀਜ਼ ਦੇਖਣੀ ਹੈ ਜਿਹੜੀ ਸਾਡੀ ਕੋਲ ਉਦੋਂ ਮਿਸ ਹੋ ਗਈ ਸੀ, ਸਭਤਾ ਜਿਹੜੀ ਹੜੱਪਾ ਸਭਤਾ, ਉਹਨੂੰ ਦੇਖਣ ਇੱਕ ਦਿਨ ਜਾਣਾ, ਫਿਰ ਅਸੀਂ ਵਾਪਸ ਚਲੇ ਜਾ। ਬਾਕੀ ਕਿਉਂਕਿ ਪਿਛਲੀ ਵਾਰ 15 ਦਿਨ 14 ਦਿਨ ਲਾ ਗਏ ਆ। ਉਹ ਅੱਜ ਕਿਤਾਬ ਵੀ ਰਿਲੀਜ਼ ਹੋਈ ਹੈ ਜਿਹੜੀ ਉਹ ਸਾਡੇ ਲਹਿੰਦੇ ਪੰਜਾਬ 'ਚ 14 ਦਿਨ, ਉਹ ਅੱਜ ਕਿਤਾਬ, ਉਹਦਾ ਨਾਂ ਕੀ ਹੈ ਕਿਤਾਬ ਦਾ? ਕਿਤਾਬ ਦਾ ਨਾਂ ਹੈ ਜੀ ਲਹਿੰਦੇ ਪੰਜਾਬ 'ਚ 14 ਦਿਨ। ਵਾਹ ਵਾਹ, ਉਹ ਮੇਰੀ ਵਾਈਫ ਦੀ ਕਿਤਾਬ ਲਿਖੀ। ਜੀ ਇਹ ਸਾਡੇ ਨਾਲ ਗੁਰਚਰਨ ਸਾਹਿਬਾ ਵੀ ਮੌਜੂਦ ਨੇ, ਜਿਨ੍ਹਾਂ ਨੇ 14 ਦਿਨ ਜਦੋਂ ਲਾਹੌਰ 'ਚ ਗੁਜ਼ਾਰੇ, ਪੰਜਾਬ 'ਚ ਗੁਜ਼ਾਰੇ, ਤੇ ਇਹਨਾਂ ਨੇ ਉਹਦੇ ਤੇ ਕਿਤਾਬ ਲਿਖੀ ਹੈ। ਇਹਨਾਂ ਕੋਲੋਂ ਪੁੱਛਦੇ ਹਾਂ ਕਿਤਾਬ ਦੇ ਬਾਰੇ ਸਾਨੂੰ ਜ਼ਰਾ ਤਫਸੀਲਾਤ ਦੱਸਣ। ਹਾਂ, ਮੇਰਾ ਕਿਤਾਬ ਜਿਹੜੀ ਲਹਿੰਦੇ ਪੰਜਾਬ 'ਚ 14 ਦਿਨ, ਇਹ ਮੈਂ ਇਹਦਾ ਨਾਂ ਰੱਖਿਆ। ਤੇ ਅਸੀਂ ਪਿਛਲੇ ਸਾਲ ਆਏ ਸੀ ਇੱਥੇ 16 ਫਰਵਰੀ ਨੂੰ, ਤੇ 16 ਫਰਵਰੀ ਤੋਂ 1 ਮਾਰਚ ਤੱਕ ਰਹੇ ਸਾਂ। ਉਹ 14 ਦਿਨ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਘੁੰਮ ਸਕੇ ਘੁੰਮੇ ਆ। ਤੇ ਕੋਈ ਮਸ਼ਹੂਰ ਜਗ੍ਹਾ ਦੱਸੋ ਜਿੱਥੇ ਜਿੱਥੇ ਤੁਸੀਂ ਗਏ? ਬਿਲਕੁਲ ਜੀ, ਸਭ ਤੋਂ ਮਸ਼ਹੂਰ ਜਗ੍ਹਾ ਜਿਹੜੀ ਮੈਨੂੰ ਲੱਗੀ ਉਹ ਤਕਸ਼ਲਾ ਜਿਹੜੇ ਨੇ ਉਹਦੇ ਖੰਡਰ ਜਿਹੜੇ ਸੀ। ਅਸੀਂ ਉੱਥੇ ਟੈਕਸਲਾ ਦੇ ਅਸੀਂ ਉੱਥੇ ਸਰਕਪ ਜਿਹੜਾ ਸ਼ਹਿਰ ਹੈ ਉਹਦਾ ਸਾਈਟ ਦੇਖਿਆ, ਬੁੱਧ ਮੱਠ ਦਾ ਜਿਹੜਾ ਜੂਲੀਆਨ ਸਾਈਟ ਹੈ ਉਹ ਅਸੀਂ ਦੇਖਿਆ, ਤੇ ਉਹਨਾਂ ਦੇ ਬਾਰੇ ਜਿਹੜਾ ਮੈਂ ਉਹ ਸਾਡੀ ਇੱਕ ਵਿਜ਼ਿਟ ਸੀਗੀ। ਫਿਰ ਅਸੀਂ ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਤੇ ਬਾਕੀ ਗੁਰਦੁਆਰੇ ਵੀ ਦੇਖੇ, ਆਪਣਾ ਕਿਲਾ ਸ਼ਾਹੀ ਕਿਲਾ ਸਾਰਾ ਉਹ ਦੇਖਿਆ। ਇਸ ਤੋਂ ਬਾਅਦ ਅਸੀਂ ਮੰਡੀ ਚੂੜਕਾਣਾ ਜਿਹਨੂੰ ਅੱਜ ਕੱਲ੍ਹ ਫਰੂਖਾਬਾਦ ਕਹਿੰਦੇ ਨੇ, ਉੱਥੇ ਵੀ ਗਏ। ਅਸੀਂ ਪਿੰਡਾਂ ਦੇ ਵਿੱਚ ਵੀ ਗਏ ਆ, ਬਸਤੀ ਦਾਨਿਸ਼ਮੰਦਾ ਗਏ। ਇਹ ਕਿਤਾਬ ਦੇ ਤੁਸੀਂ ਕਿਹੜੀ ਜ਼ਬਾਨ ਲਿਖੀ ਤੇ ਉਹਦਾ ਰਸਮੁਲ ਖਤ ਕਿਹੜਾ ਸੀ? ਬਿਲਕੁਲ, ਕਿਤਾਬ ਮੈਂ ਗੁਰਮੁਖੀ ਦੇ ਵਿੱਚ ਲਿਖੀ ਹੈ, ਪਰ ਉਹ ਗੁਰਮੁਖੀ ਕਿਤਾਬ ਮੇਰੀ ਪੰਜਾਬ ਦੇ ਵਿੱਚ ਲੁਧਿਆਣਾ 'ਚ ਛਪੀ ਹੈ, ਤੇ ਮੈਂ ਇੱਥੇ ਉਹਦਾ ਸ਼ਾਹਮੁਖੀ ਦੇ ਵਿੱਚ ਲਿਪਿਆਂਤਰ ਕਰਾਇਆ। ਠੀਕ ਹੈ, ਯਾਨੀ ਉਹਦਾ ਤਰਜਮਾ ਕਰਵਾਇਆ ਤੁਸੀਂ? ਹਾਂ, ਲਿਪਿਆਂਤਰ ਕਹਿੰਦੇ ਨੇ, ਅਸੀਂ ਟ੍ਰਾਂਸਲੇਸ਼ਨ ਹੋ ਗਈ। ਸੋ ਉਹ ਇਸ ਕਰਕੇ ਕਿਤਾਬ ਜੋ ਇੱਧਰ ਕਿਤਾਬ ਪੜ੍ਹੀ ਜਾ ਸਕੇ, ਸੋ ਦੋਨੋਂ ਪਾਸੇ ਤਾਂ ਹੀ ਮਜ਼ਾ ਆਏਗਾ ਜੇ ਇੱਥੇ ਕਿਤਾਬ ਲੋਕੀ ਸਾਰੇ ਪੜ੍ਹਨਗੇ। ਬਿਲਕੁਲ, ਉਹ ਕਿਤਾਬ ਮੇਰਾ ਸਫ਼ਰਨਾਮਾ ਨਹੀਂ ਹੈ ਕਿ ਮੈਂ ਗਈ ਤੇ ਆਈ, ਉਹ ਇੱਥੋਂ ਦੇ ਸੋਸ਼ਲ ਤੇ ਇੱਥੋਂ ਦੀ ਪੋਲੀਟੀਕਲ ਤੇ ਇੱਥੋਂ ਦਾ ਜਿਹੜਾ ਹਿਸਟੋਰੀਕਲ ਬੈਕਗ੍ਰਾਉਂਡ ਹੈ ਉਹਨੂੰ ਲੈ ਕੇ ਉਹ ਕਿਤਾਬ ਦਾ ਜਿਹੜਾ ਮੇਰੇ ਅਹਿਸਾਸ ਨੇ ਉਹਨਾਂ ਨੂੰ ਮੈਂ ਲਿਖਿਆ ਹੋਇਆ। ਜੀ ਬਹੁਤ ਸ਼ੁਕਰੀਆ, ਸਾਨੂੰ ਅਸੀਂ ਇਹ ਕਿਤਾਬ ਪੜਾਂਗੇ ਤਾਂ ਬੜਾ ਮਜ਼ਾ ਵੀ ਆਏਗਾ। ਬਿਲਕੁਲ ਜੀ, ਬਹੁਤ ਸ਼ੁਕਰੀਆ। ਇਸ ਵਕਤ ਸਾਡੇ ਨਾਲ ਇੱਕ ਪੰਜਾਬੀ ਸ਼ਾਇਰ ਮੌਜੂਦ ਨੇ ਜੀ ਨਜਮ ਸਾਹਿਬ। ਇਹਨਾਂ ਨੇ ਪੰਜਾਬੀ ਉੱਤੇ ਬੜੀ ਅੱਛੀ ਨਜ਼ਮਾਂ ਕਹੀਆਂ। ਜੀ ਨਜ਼ਮ ਤੁਹਾਨੂੰ ਪੇਸ਼ ਕਰਦਾ ਕਿ ਮਾਂ ਕਹਿੰਦੀ ਸੀ ਭੈਣ ਭਰਾ ਨਹੀਂ ਛੱਡੇ ਜਾਂਦੇ, ਨੋਆਂ ਨਾਲੋਂ ਮਾਸ ਕਦੀ ਵੀ ਵੱਖ ਨਹੀਂ ਹੁੰਦਾ, ਕੱਲਿਆਂ ਰਹਿ ਕੇ ਕੱਖ ਨਹੀਂ ਹੁੰਦਾ। ਵਾਹ ਵਾਹ ਵਾਹ। ਦਿਲ ਕੁੰਬੇ ਵਿੱਚ ਕੈਦ ਨਾ ਹੋਵੇ, ਇੰਨਾ ਖੂਨ ਸਫੈਦ ਨਾ ਹੋਵੇ, ਨਾਲ ਦਾ ਜੰਮਿਆ ਨਾਲ ਨਾ ਹੋਵੇ, ਏਡਾ ਮੰਦਾ ਹਾਲ ਨਾ ਹੋਵੇ, ਰੋਟੀ ਦੇ ਵਿੱਚ ਸੀਰ ਨਾ ਹੋਵੇ, ਸੱਕੇ ਦੇ ਤਨ ਲੀਰ ਨਾ ਹੋਵੇ, ਖਿੱਚ ਨਾ ਹੋਵੇ, ਸਾਂਝ ਨਾ ਹੋਵੇ, ਜੀਵਨ ਇੰਨਾ ਬਾਂਝ ਨਾ ਹੋਵੇ, ਮਾਂ ਕਹਿੰਦੀ ਸੀ।
ਜੀ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ ਤੁਹਾਡਾ ਪੂਰਾ ਨਾਂ ਕੀ ਹੈ? ਡਾਕਟਰ ਤਰਸੇਮ ਸਿੰਘ ਜੀ। ਤੇ ਡਾਕਟਰ ਸਾਹਿਬ ਤੁਸੀਂ ਲਾਹੌਰ ਆ ਕੇ ਕੀ ਫੀਲ ਕੀਤਾ ਹੈ? ਦੇਖੋ ਵੀ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਜਦੋਂ ਬਾਘਾ ਬਾਰਡਰ ਦੇ ਥਰੂ ਦਾਖਲ ਹੋਇਆ ਔਰ ਇੰਨਾ ਨਿੱਘ ਪਿਆਰ ਵੀ ਖੁੱਲੀ ਗਲਵੱਕੜੀ ਦੇ ਵਿੱਚ ਜੋ ਮੁਹੱਬਤ ਪਿਆਰ ਦਿੱਤੀ ਆ ਉਹ ਸ਼ਾਇਦ ਸਾਨੂੰ ਗਲੇ ਲਾਇਆ ਉਹ ਸ਼ਾਇਦ ਅਸੀਂ ਪੂਰੀ ਲਾਈਫ ਆਪਣੇ 'ਚ ਨਹੀਂ ਭੁੱਲ ਸਕਦੇ ਵੀ ਮਾਸ਼ਾਅੱਲਾ ਵੀ ਇਹ ਇਸੇ ਤਰ੍ਹਾਂ ਲਹਿੰਦਾ ਚੜ੍ਹਦਾ ਪੰਜਾਬ ਮੁਹੱਬਤਾਂ ਬਣਦਾ ਰਹੇ ਤੇ ਇਹ ਤਰ੍ਹਾਂ ਜਿਹੜੇ ਸਾਡੇ ਅੱਜ ਜੋ ਅਸੀਂ ਇੱਥੇ ਮਹਿਸੂਸ ਕੀਤਾ ਕਿ ਵੀ ਇਹ ਸਾਡੀ ਇੱਕੋ ਹੀ ਬੋਲੀ ਇੱਕੋ ਹੀ ਰਿਵਾਜ ਇੱਕੋ ਜਿਹਾ ਸਾਡਾ ਖਾਣ ਪੀਣ। ਆਏ ਕਿਹੜੀ ਜਗ੍ਹਾ ਤੋਂ? ਅਸੀਂ ਜਲੰਧਰ ਤੋਂ ਜੀ। ਅੱਛਾ ਤੇ ਤੁਸੀਂ ਲਾਹੌਰ ਪਹਿਲੇ ਵੀ ਦੇਖਿਆ ਸੀ? ਨਹੀਂ ਜੀ, ਫਸਟ ਟਾਈਮ ਤੇ ਅਸੀਂ ਆਏ। ਤੇ ਲਾਹੌਰ ਦੀ ਕਿਹੜੀ ਕਿਹੜੀ ਜਗ੍ਹਾ ਤੇ ਫਿਰਨਾ ਤੁਸੀਂ? ਅਜੇ ਅਸੀਂ ਇੱਥੇ ਆਏ ਆ 17 ਤਰੀਕ ਨੂੰ ਇੱਥੇ ਪਹੁੰਚੇ ਸੀ ਅਸੀਂ ਤੇ ਜ਼ਰੂਰ ਲੋਕਾਂ ਨੇ ਕਿਹਾ ਹੋਇਆ ਕਿ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਤੇ ਉਹ ਜੰਮਿਆ ਨਹੀਂ ਵੀ ਅਸੀਂ ਮਹਿਸੂਸ ਕਰਦੇ ਆ ਕਿ ਵੀ ਕੱਲ ਦੇਖਾਂਗੇ ਲਾਹੌਰ ਤੇ ਜੰਮਾਂਗੇ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਇਸ ਵਕਤ ਸਾਡੇ ਨਾਲ ਪੰਜਾਬੀ ਦੇ ਬੜੇ ਅੱਛੇ ਸ਼ਾਇਰ ਫਰਹਾਦ ਇਕਬਾਲ ਸਾਹਿਬ ਮੌਜੂਦ ਨੇ। ਇਹਨਾਂ ਕੋਲੋਂ ਸ਼ਾਇਰੀ ਸੁਣਦੇ ਆ। ਮੇਰੇ ਦੇਸ਼ ਦੇ ਉੱਤੇ ਮਾਲਕਾ ਅੱਜ ਉਤਰੇ ਕੀ ਅਜ਼ਾਬ, ਮੇਰਾ ਹੱਸਦਾ ਵਸਦਾ ਖੇਡਦਾ ਉਹ ਕਿੱਥੇ ਗਿਆ ਪੰਜਾਬ। ਅੱਜ ਸਿੰਧ ਦੀ ਅੱਥਰ ਸੁੱਕ ਗਈ, ਅੱਖ ਚੋਂ ਅੱਥਰ ਨਹੀਂ ਸੁੱਕ ਜਾਂਦੀ। ਅੱਜ ਸਿੰਧ ਦੀ ਅੱਥਰ ਸੁੱਕ ਗਈ ਤੇ ਸਕਤੇ ਵਿੱਚ ਚਨਾਬ, ਮੇਰਾ ਹੱਸਦਾ ਵਸਦਾ ਖੇਡਦਾ ਅੱਜ ਕਿੱਥੇ ਗਿਆ ਪੰਜਾਬ। ਵਾਹ 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 ਜੀ। ਸਾਡੇ ਨਾਲ ਦੋ ਮਹਿਮਾਨ ਹੋਰ ਮੌਜੂਦ ਨੇ, ਅਸੀਂ ਇਹਨਾਂ ਕੋਲੋਂ ਪੁੱਛਦਾ ਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਔਰ ਕਿੱਥੋਂ ਆਏ ਤੁਸੀਂ? ਅਸੀਂ ਸਪੇਨ ਤੋਂ ਆਏ ਹਾਂ ਜੀ। ਸਪੇਨ ਤੋਂ ਆਏ ਹੋ ਤੇ ਤੁਸੀਂ ਲਾਹੌਰ ਪਹਿਲੀ ਵਾਰੀ ਆਏ ਹੋ? ਜੀ ਪਹਿਲੀ ਵਾਰੀ ਆਏ ਜੀ ਲਾਹੌਰ। ਤੇ ਕੀ ਕਹਿੰਦੇ ਨੇ ਕਿ ਲਾਹੌਰ ਜਿਹਨੇ ਨਹੀਂ ਦੇਖਿਆ ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ? ਮੈਂ ਕਹਿੰਦਾ ਭਾਜੀ ਗੱਲ ਕਰਨ ਵਾਲੀ ਨਹੀਂ, ਇੰਨਾ ਆਨੰਦ ਆਇਆ ਜੀ ਇੱਥੇ ਆ ਕੇ, ਇੰਨਾ ਮਾਣ ਸਨਮਾਨ ਮਿਲਿਆ, ਇੰਨਾ ਭਰਾਵਾਂ ਨੇ ਪਿਆਰ ਸਤਿਕਾਰ ਦਿੱਤਾ, ਕਹਿਣ ਕਰਨ ਤੋਂ ਬਾਹਰ ਦੀਆਂ ਗੱਲਾਂ ਜੀ। ਤੇ ਲਾਹੌਰ ਤੁਸੀਂ ਕਿਹੜੀ ਕਿਹੜੀ ਜਗ੍ਹਾ ਵੇਖਣ ਦਾ ਇਰਾਦਾ ਕੀਤਾ ਹੈ? ਲਾਹੌਰ ਘੁੰਮਾਂਗੇ ਸਾਰਾ। ਅਸੀਂ ਪਹਿਲਾਂ ਹਾਲੇ ਘੁੰਮ ਕੇ ਆਏ, ਉਧਰ ਮਲਤਾਨ ਗਏ ਹੈਗੇ ਜੀ। ਅੱਛਾ। ਤੇ ਇਸਲਾਮਾਬਾਦ ਗਏ, ਪੰਜਾ ਸਾਹਿਬ ਗੁਰਦੁਆਰਾ। ਅੱਛਾ। ਬਾਕੀ ਸਾਰੇ ਘੁੰਮ ਆਏ। ਹੁਣ ਲਾਹੌਰ ਅੱਜ ਰਾਤੀ ਆਏ ਸੀ ਤੇ ਹੁਣ ਇੱਥੇ ਲਾਹੌਰੀਆਂ 2 ਦਿਨ ਜੀ। ਅੱਛਾ। ਤੇ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਰਮਨ ਹੈ ਜੀ, ਰਮਨ ਰੰਮੀ। ਤੇ ਤੁਸੀਂ ਕਿੱਥੋਂ ਆਏ ਹੋ? ਮੈਂ ਜਲੰਧਰ ਇੰਡੀਆ ਤੋਂ ਜੀ। ਜਲੰਧਰ ਇੰਡੀਆ ਤੋਂ ਆਏ ਹੋ। ਤੇ ਤੁਸੀਂ ਲਾਹੌਰ ਕਿੰਨੀ ਵਾਰੀ ਆਏ ਹੋ? ਨਹੀਂ, ਮੈਂ ਪਹਿਲੀ ਵਾਰੀ ਆਇਆ ਜੀ। ਤੇ ਕਿਹਦਾ ਪਾਇਆ ਤੁਸੀਂ ਲਾਹੌਰੀਆਂ? ਬਹੁਤ ਅੱਛਾ ਜੀ, ਲਾਹੌਰੀਏ ਬੜੇ ਦਿਲਦਾਰ ਆਦਮੀ ਆ ਜੀ। ਲਾਹੌਰੀਆਂ ਨੇ ਤੁਹਾਨੂੰ ਕੋਈ ਖੁਸ਼ ਕੀਤਾ ਕਿ ਨਹੀਂ? ਅੱਜ ਹੀ ਅਸੀਂ ਲਾਹੌਰ ਪਹੁੰਚੇ, ਪਹਿਲੇ ਫੈਸਲਾਬਾਦ ਸੀ ਅਸੀਂ। ਅੱਛਾ। ਤੇ ਉੱਥੇ ਅਸੀਂ ਮਹਿਮਾਨ ਨਵਾਜ਼ੀ ਸਾਡੀ ਕਰ ਰਹੇ ਸੀ ਤੇ ਇੱਥੇ ਸਾਨੂੰ ਹੋਸਟ ਕਰੇ ਸਾਡੇ ਆ ਪ੍ਰੋਫੈਸਰ ਸਾਹਿਬ ਨੇ ਇੱਥੇ ਮੀਨ ਜੀ। ਤੇ ਹੁਣ ਕੱਲ ਤੋਂ ਅਸੀਂ ਲਾਹੌਰ ਹੀ ਘੁੰਮਣਾ ਜੀ। ਬਸ ਫਿਰ ਜੋ ਤੁਸੀਂ ਫੂਡ ਸਟਰੀਟ ਜਾਣਾ ਅਸੀਂ। ਅੱਛਾ। ਉਹ ਲక్ష్ਮੀ ਚੌਂਕ ਜਾਣਾ ਜੀ ਅਸੀਂ। ਵਾਸੇ ਮਸਜਿਦ ਜਾਣਾ ਜੀ? ਹਾਂ ਬਿਲਕੁਲ ਜਾਣਾ ਜੀ, ਉੱਥੇ ਵੀ ਸਿਰ ਨਵਾਣਾ। ਅੱਜ ਰਣਜੀਤ ਸਿੰਘ ਦਾ ਕੜਾ ਦੇਖਣਾ ਜੀ, ਉਹ ਵੀ ਦੇਖਣਾ ਸੀ, ਸਾਰਾ ਕੁਝ ਦੇਖਣਾ। ਮੇਰਾ ਵੀ ਚੈਨਲ ਹੈ, 뮤직 ਚੈਨਲ ਹੈ। ਅਸੀਂ 뮤직 ਚੈਨਲ ਵੱਲੋਂ ਹੌਟ ਸ਼ਾਟ 뮤직 ਪੰਜਾਬੀ ਚੈਨਲ ਹੈ। ਠੀਕ ਹੈ। ਉੱਤੇ ਅਸੀਂ ਉਹਨਾਂ ਵੱਲੋਂ ਨਾਸਰ ਢਿੱਲੋਂ ਜੀ ਦਾ ਸਨਮਾਨ ਕਰ ਰਹੇ ਹਾਂ। ਅੱਛਾ। ਤੇ ਸਪੇਨ ਤੋਂ ਤੁਹਾਡੇ ਨਾਲ ਹੋਰ ਕੌਣ ਕੌਣ ਹੈ? ਨਹੀਂ, ਮੈਂ ਇਕੱਲਾ ਆਇਆ ਜੀ ਅੱਜ। ਹਾਂਜੀ ਹਾਂਜੀ। ਤੇ ਇੰਜੋਏ ਕਰ ਰਹੇ ਹੋ? ਪੂਰਾ ਜੀ ਪੂਰਾ। ਕਿੰਨੇ ਦਿਨ ਹੋ ਗਏ ਤੁਸੀਂ? ਗੁਰੂ ਨਾਨਕ ਦੀ ਧਰਤੀ ਹੈ ਜੀ ਸਾਡੇ। ਅਸੀਂ ਤਾਂ ਬਹੁਤ ਜ਼ਿਆਦਾ ਭਾਗਾਂ ਵਾਲੇ ਹਾਂ, ਇਸ ਧਰਤੀ ਤੇ ਆਏ ਹਾਂ। ਅਸੀਂ ਵੈਲਕਮ ਕਹਿੰਦੇ ਆ ਤੇ ਤੁਹਾਡਾ ਬੜਾ ਅਸੀਂ ਯਾਨੀ ਖੁਸ਼ ਆਮਦੀਦ ਕਹਿੰਦੇ ਆ ਤੇ ਤੁਹਾਨੂੰ ਲਾਹੌਰ ਦੇ ਚ ਇਨਸ਼ਾਅੱਲਾ ਤਾਲਾ ਬੜਾ ਮਜ਼ਾ ਆਏਗਾ ਜੀ। ਬਿਲਕੁਲ ਬਿਲਕੁਲ। ਲਾਹੌਰ ਦੇ ਖਾਣੇ ਦਾ ਅਸੀਂ ਇੰਜੋਏ ਕਰਨਾ ਜੀ ਬਸ। ਅੱਜ ਤੋਂ ਲਾਹੌਰ ਦੇ ਖਾਣੇ ਖਾਣੇ। ਲਾਹੌਰ ਦੇ ਤੁਹਾਨੂੰ ਹਰ ਚੀਜ਼ ਮਿਲੇਗੀ ਜੀ। ਤੁਸੀਂ ਸਿਰੀ ਪਾਏ ਖਾਣੇ ਨੇ, ਨਾਨ ਚਨੇ ਖਾਣੇ ਨੇ, ਜੋ ਚੀਜ਼ ਹੋਵੇ। ਮੈਂ ਵੈਜੀਟੇਰੀਅਨ ਹਾਂ ਜੀ। ਅੱਛਾ। ਹਾਂਜੀ। ਨਾਲ ਖਾਣਗੇ ਵੈਜੀਟੇਰੀਅਨ ਵਾਸਤੇ ਬੜਾ ਕੁਝ ਹੈ ਇੱਥੇ। ਨਾਲ ਵਾਲੀਆਂ ਜੀ, ਦਾਲ ਦੇ ਨਾਲ ਸਬਜ਼ੀਆਂ ਬੜੀ ਆਲਾ ਤੁਹਾਨੂੰ ਮਿਲੇ। ਬਹੁਤ ਬਹੁਤ ਵਧੀਆ, ਬਹੁਤ ਵਧੀਆ ਲੱਗਾ। ਲੋ ਜੀ, ਇਸ ਤੋਂ ਬਾਅਦ ਤੁਹਾਨੂੰ ਅਸੀਂ ਹੋਰ ਮਜ਼ੀਦ ਦੋਸਤਾਂ ਨਾਲ ਹੀ ਮਿਲਾਉਂਦੇ ਆ। ਸਾਡੇ ਨਾਲ ਰਹਿਣਾ ਅਜੀ। ਇਹ ਸਾਡੇ ਨਾਲ ਇੱਕ ਹੋਰ ਸਰਦਾਰ ਜੀ ਨੇ, ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਖਾਸ ਤੌਰ ਤੇ ਇਹਨਾਂ ਦੇ ਜਿਹੜੇ ਮੇਜ਼ਬਾਨ ਨੇ ਉਹਨਾਂ ਨੇ ਬੁਲਾਇਆ, ਪੁੱਛਦੇ ਕਿਸ ਤਰ੍ਹਾਂ ਆਏ ਨੇ। ਦੱਸੋ ਜੀ ਤੁਸੀਂ, ਤੁਹਾਡਾ ਨਾਂ ਕੀ ਪਹਿਲੇ ਦੱਸੋ। ਜੀ ਮੇਰਾ ਨਾਮ ਪਲਵਿੰਦਰ ਸਿੰਘ ਢਿੱਲੋਂ ਆ, ਮੈਂ ਜਰਮਨੀ ਤੋਂ ਆਇਆ। ਅੱਛਾ। ਮੈਂ ਪਿਛਲੇ 25 ਸਾਲ ਤੋਂ ਜਰਮਨ ਰਹਿ ਰਿਹਾ ਤੇ ਤਕਰੀਬਨ ਮੇਰਾ ਇਸ ਦੂਸਰਾ ਚੱਕਰ ਹੈ ਸਾਲ ਵਿੱਚ ਪਾਕਿਸਤਾਨ। ਮੈਂ ਫਰਵਰੀ ਵਿੱਚ ਆਇਆ ਸੀ ਪਾਕਿਸਤਾਨ। ਚੌਹਾਨ ਸਾਹਿਬ ਵਾਸਤੇ ਕਿ ਗਿਫਟ ਲੈ ਕੇ ਆਏ ਸੀ ਪਾਕਿਸਤਾਨ ਇੰਡੀਆ ਤੋਂ ਜੀ। ਅਸੀਂ ਇਹਨਾਂ ਦੇ ਬਜ਼ੁਰਗਾਂ ਦਾ ਦਰਵਾਜ਼ਾ ਸੀ ਘਰ ਹੀ ਤੇ ਇੰਡੀਆ ਵਿੱਚ ਬਟਾਲੇ ਦੇ ਕੋਲ, ਤੇ ਉਹਨਾਂ ਦਾ ਦਰਵਾਜ਼ਾ ਸੀ। ਉਹ ਆਪਾਂ ਦਰਵਾਜ਼ਾ ਲੈ ਕੇ ਉਹਨਾਂ ਕੋਲ ਤੇ ਵਾਇਆ ਦੁਬਈ, ਵਾਇਆ ਕਰਾਚੀ, ਵਾਇਆ ਫੈਸਲਾਬਾਦ, ਫਿਰ ਲਾਹੌਰ ਪਹੁੰਚਾਇਆ ਇਹਨਾਂ ਕੋਲ। ਅੱਛਾ। ਇਹ ਬੜੀ ਅਹਿਮ ਗੱਲ ਕੀਤੀ ਇਹਨਾਂ ਨੇ ਕਿ ਇਹਨਾਂ ਨੇ ਕਿਹਾ ਕਿ ਇੰਡੀਆ ਦੇ ਵਿੱਚ ਇਹਨਾਂ ਦਾ ਇੱਕ ਦਰਵਾਜ਼ਾ ਸੀ। ਇਹਨਾਂ ਨੇ ਉਹ ਕਿਹੜਾ ਦਰਵਾਜ਼ਾ ਦਾ ਰੂਟ ਦੱਸਣਾ, ਕਿੱਥੋਂ ਮੰਗਾਇਆ ਜੀ? ਉਹ ਦਰਵਾਜ਼ਾ ਇਹਨਾਂ ਦੇ ਪਿੰਡੋਂ ਬਟਾਲੇ ਲਾਗੇ ਪਿੰਡ ਘੁਮਾਣ ਹੈ, ਉੱਥੋਂ ਲਿਆ ਆਪਾਂ। ਪੁਰਾਣਾ ਪਿੰਡ ਇਹਨਾਂ ਦੇ ਬਜ਼ੁਰਗਾਂ ਦਾ ਪਿੰਡ ਘੁਮਾਣ ਹੈ, ਉੱਥੋਂ ਆਪਾਂ ਲਿਆ। ਉਸ ਤੋਂ ਬਾਅਦ ਉਹ ਦਰਵਾਜ਼ਾ ਗਿਆ ਜੀ ਦੁਬਈ। ਪਹਿਲਾਂ ਬੰਬੇ ਗਿਆ, ਬੰਬੇ ਤੋਂ ਦੁਬਈ ਗਿਆ, ਦੁਬਈ ਤੋਂ ਕਰਾਚੀ, ਕਰਾਚੀ ਤੋਂ ਫੈਸਲਾਬਾਦ, ਤੇ ਫੈਸਲਾਬਾਦ ਤੋਂ ਮੈਂ ਖੁਦ ਆਣ ਕੇ ਨਾਲ ਲੈ ਕੇ ਇਹਨਾਂ ਘਰ ਦੇ ਕੇ ਗਏ ਲਾਸਟ 23 ਫਰਵਰੀ ਨੂੰ। ਅੱਛਾ। ਉਹ ਦਰਵਾਜ਼ਾ ਐਡਾ ਤੋਂ ਕਿਉਂ ਤੁਹਾਡੇ ਵਾਸਤੇ ਕੀਮਤੀ ਸੀ? ਸਰ ਉਹ ਦਰਵਾਜ਼ਾ ਮੇਰੇ ਵਾਸਤੇ ਲੱਖਾਂ ਕਰੋੜਾਂ ਰੁਪਏ ਦਾ ਦਰਵਾਜ਼ਾ ਹੈ ਔਰ ਉਹ ਅਨਮੁੱਲੀ ਚੀਜ਼ ਹੈ, ਉਹਦਾ ਕੋਈ ਮੁੱਲ ਨਹੀਂ। ਗੱਲ ਇਸ ਤਰ੍ਹਾਂ ਹੈ ਕਿ ਅਸੀਂ ਨਾਸਰ ਢਿੱਲੋਂ ਸਾਹਿਬ ਤੁਸੀਂ ਜਾਣਦੇ ਹੋਵੋਗੇ, ਉਹਨਾਂ ਦੇ ਪੰਜਾਬੀ ਲਹਿਰ ਤੋਂ ਦੇ ਚੈਨਲ ਤੋਂ ਉਹ ਪੰਜਾਬੀ ਸਾਂਝੀ ਸਾਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਕੋਵਿਡ ਦੇ ਦਿਨਾਂ 'ਚ, ਜਿਹਦੇ 'ਚ ਅਸੀਂ ਸਾਰੇ ਦੋਸਤ ਕੈਨੇਡਾ ਤੋਂ, ਅਮਰੀਕਾ ਤੋਂ, ਲਹਿੰਦੇ ਚੜ੍ਹਦੇ ਪੰਜਾਬ ਤੋਂ ਅਸੀਂ ਗੱਲਬਾਤ ਕਰਨੇ ਨੇ ਸਨ।
ਉਹਦੇ ਰਾਹੀਂ, ਇਸ ਪ੍ਰੋਗਰਾਮ ਦੇ ਰਾਹੀਂ, ਨਾਸਰ ਢਿੱਲੋਂ ਸਾਹਿਬ ਦੇ ਰਾਹੀਂ ਅਸੀਂ ਆਪਸ ਵਿੱਚ ਸਾਰੇ ਦੋਸਤ ਬਣੇ ਆ। ਤੇ ਫਿਰ ਜਦੋਂ ਬਾਅਦ 'ਚ ਅਸੀਂ ਇੱਕ WhatsApp ਗਰੁੱਪ ਬਣਾ ਲਿਆ ਜਿਹਦਾ ਨਾਂ ਸਾਂਝਾ ਪੰਜਾਬ ਰੱਖ ਲਿਆ, ਸਾਰੇ ਨੰਬਰ ਐਡ ਕਰ ਲਏ। ਇਹਨਾਂ ਨਾਲ ਮੇਰੀ ਜਦੋਂ ਗੱਲ ਹੋਈ ਕਿ ਤੁਹਾਡਾ ਜ਼ਿਲ੍ਹਾ ਕਿਹੜਾ ਇੰਡੀਆ 'ਚ, ਇਹਨਾਂ ਨੇ ਕਿਹਾ ਜੀ ਗੁਰਦਾਸਪੁਰ। ਮੈਂ ਕਿਹਾ ਜੀ ਗੁਰਦਾਸਪੁਰ 'ਚ ਮੇਰਾ ਵੀ ਪਿੰਡ ਹੈ। ਕਹਿੰਦੇ ਚੌਹਾਨ ਸਾਹਿਬ ਦੱਸੋ। ਮੈਂ ਕਿਹਾ ਮੇਰਾ ਪਿੰਡ ਦਿਖਾ ਦਿਓ, ਮੈਨੂੰ ਬੜੀ ਖੁਸ਼ੀ ਹੋਏਗੀ। ਇਹ ਕਹਿੰਦੇ ਮੈਂ ਤਾਂ ਜਰਮਨੀ ਆ ਤੇ ਮੈਂ ਆਪਣੇ ਕਜ਼ਨ ਨੂੰ ਭੇਜਣਾ ਹੈ, ਗੁਰਕਿਰਪਾਲ ਸਿੰਘ ਭਾਜੀ ਨੂੰ, ਤੁਸੀਂ ਦੱਸੋ ਪਿੰਡ ਦੱਸੋ। ਮੈਂ ਕਿਹਾ ਜੀ ਪਿੰਡ ਕਮਾਨ ਹੈ ਔਰ ਤਹਿਸੀਲ ਬਟਾਲਾ ਹੈ, ਜ਼ਿਲ੍ਹਾ ਤੁਹਾਡੇ ਵਾਲਾ ਹੀ ਗੁਰਦਾਸਪੁਰ। ਇਹਨਾਂ ਨੇ ਬੰਦਾ ਭੇਜਿਆ, ਉਹਨਾਂ ਨੇ ਜਾ ਕੇ ਪਿੰਡ ਦਿਖਾਇਆ ਮੈਨੂੰ, ਸਕੂਲ ਦਿਖਾਇਆ ਮੇਰੇ ਵਾਲਦ ਸਾਹਿਬ ਦਾ, ਪਿੰਡ ਦਾ ਬਾਜ਼ਾਰ ਦਿਖਾਇਆ, ਗੁਰਦੁਆਰਾ, ਵੀਡੀਓ ਕਾਲ ਤੇ। ਫਿਰ ਉਹਨਾਂ ਨੇ ਇੱਕ ਬਜ਼ੁਰਗ ਲੱਭਿਆ 90 ਸਾਲ ਦਾ, ਜਿਹੜਾ ਮੇਰੇ ਸਾਰੇ ਖਾਨਦਾਨ ਨੂੰ ਜਾਣਦਾ ਸੀ। ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ, ਫਿਰ ਮੇਰੀ ਗੱਲਬਾਤ ਕਰਵਾਈ, ਫਿਰ ਮੇਰਾ ਘਰ ਲੱਭਾ ਹੈ ਜੀ। ਤੇ ਫਿਰ ਇਹ ਦੁਬਾਰਾ ਜਦੋਂ ਜਰਮਨੀ ਤੋਂ ਆਏ ਨੇ, ਇਹ ਫਿਰ ਉਹਨਾਂ ਦੇ ਨਾਲ ਦੁਬਾਰਾ ਗਏ ਨੇ। ਦੁਬਾਰਾ ਜਦੋਂ ਉਸ ਘਰ 'ਚ ਜਿਹੜੀ ਹੁਣ ਫੈਮਿਲੀ ਰਹਿ ਰਹੀ ਹੈ, ਉਹਨਾਂ ਨੂੰ ਇਹ ਮਿਲੇ ਨੇ। ਤੇ ਉਹਨਾਂ ਦੀ ਜਿਹੜੀ ਵਾਲਦਾ ਸਨ ਬਜ਼ੁਰਗ, ਉਹਨਾਂ ਨੇ ਕਿਹਾ ਜੀ ਪੁੱਤਰ ਗੱਲ ਇਹ ਵੇ ਕਿ ਅਸੀਂ ਅੰਦਰ ਵਾਲਾ ਸਾਰਾ ਮਕਾਨ ਤੋੜ ਕੇ ਬਣਾ ਚੁੱਕੇ ਹਾਂ ਦੁਬਾਰਾ, ਇਹ 47 ਵਾਲਾ ਮਕਾਨ ਨਹੀਂ ਹੈ, ਲੇਕਿਨ ਇਹ ਬਾਹਰ ਦੀ ਦੀਵਾਰ ਔਰ ਬਾਹਰ ਦਾ ਦਰਵਾਜ਼ਾ ਜਿਹੜਾ ਹੈ ਇਹ ਉਹੀ ਹੈ 47 ਤੋਂ ਪਹਿਲੇ ਵਾਲਾ। ਇਹਨਾਂ ਦੋਸਤਾਂ ਨੇ, ਪੁਰਿੰਦਰ ਸਾਹਿਬ ਨੇ ਕਿਹਾ ਜੀ ਉਹਨਾਂ ਦੇ ਪੁਰਖਾਂ ਦੀ ਨਿਸ਼ਾਨੀ ਕੋਈ ਹੈ ਇੱਥੇ, ਫਿਰ ਹੋਰ ਤਾਂ ਕੋਈ ਸ਼ੈ ਨਹੀਂ, ਤੁਸੀਂ ਇਹ ਦਰਵਾਜ਼ਾ ਸਾਨੂੰ ਦੇ ਦਿਓ। ਵਾਹ ਜੀ ਵਾਹ। ਅੱਛਾ, ਉਹ ਦਰਵਾਜ਼ਾ ਇਹਨਾਂ ਨੇ ਉੱਥੋਂ ਲੈ ਲਿਆ ਔਰ ਚਗਾੜ ਸਮੇਤ ਚੁਕਾ ਲਿਆ, ਉਹਨਾਂ ਨੂੰ ਦਰਵਾਜ਼ਾ ਲਗਾਤਾ ਦੂਸਰਾ। ਇਹ ਤੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਤੇ ਖਾਸ ਤੌਰ ਤੇ ਚੜ੍ਹਦੇ ਪੰਜਾਬ ਦੀ ਤੇ ਲਹਿੰਦੇ ਪੰਜਾਬ ਦੀ ਇੱਕ ਬੜੀ ਖਾਸ ਦੋਸਤੀ ਦੀ ਕਹਾਣੀ ਹੈ। ਦੋਸਤੀ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਹੁਣੇ ਸਾਡਾ ਅਵਾਰਡ ਵੀ ਅਨਾਉਂਸ ਹੋਇਆ। ਉਹ ਦਰਵਾਜ਼ਾ ਹੁਣ ਕਿੱਥੇ ਹੈ? ਦਰਵਾਜ਼ਾ ਮੇਰੇ ਘਰ ਹੈ ਜੀ। ਉਹ ਦਰਵਾਜ਼ੇ ਦੀ ਫੋਟੋ ਸ਼ੇਅਰ ਕਰਨਾ ਸੀ ਅੱਜ ਪ੍ਰੋਗਰਾਮ ਵਿੱਚ। ਮੈਂ ਸ਼ੇਅਰ ਕਰ ਦਿਆਂਗਾ। ਨਾਲ ਹੀ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਉਸ ਦਰਵਾਜ਼ੇ ਦੀ ਤਸਵੀਰ ਮਿਲ ਜਾਂਦੀ ਤਾਂ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ। ਇਹ ਬੜੀ ਇੱਕ ਅੱਛੀ ਕਹਾਣੀ, ਸੱਚੀ ਕਹਾਣੀ ਹੈ। ਸੱਚੀ ਅੱਛੀ। ਸਾਡੀ ਨਵੀਂ ਨਸਲ ਨੂੰ ਇੱਕ ਬੜਾ ਅੱਛਾ, ਬਹੁਤ ਸਾਰੇ ਚੈਨਲਸ ਨੇ ਇਹਨਾਂ ਦਾ ਵੀ ਮੇਰਾ ਇੰਟਰਵਿਊ ਲਿਆ, ਬਹੁਤ ਸਾਰੇ ਚੈਨਲ ਨੇ ਸਾਡਾ ਇੰਟਰਵਿਊ ਲਿਆ, ਸਟੋਰੀ ਕਵਰ ਕੀਤੀ। ਅਹਿਮਦ ਰਜ਼ਾ ਪੰਜਾਬੀ ਸਾਹਿਬ ਨੇ ਕੀਤੀ, ਇਹਨਾਂ ਦੇ ਚੈਨਲ ਤੇ ਮੌਜੂਦ ਹੈ, ਨਾਸਰ ਢਿੱਲੋਂ ਦੇ ਚੈਨਲ ਤੇ ਮੌਜੂਦ ਹੈ। ਉਹ ਫਿਰ ਹੋਇਆ ਇਸ ਤਰ੍ਹਾਂ ਕਿ ਇਹ ਦਰਵਾਜ਼ਾ ਉੱਥੋਂ ਲੈ ਕੇ ਆਪਣੇ ਪਿੰਡ ਡੇਰਾ ਬਾਬਾ ਨਾਨਕ ਲੈ ਗਏ ਔਰ 2 ਸਾਲ ਤੋਂ ਇਹ ਕੋਸ਼ਿਸ਼ ਕਰਦੇ ਰਹੇ ਕਿ ਵਾਘੇ ਰਾਹੀਂ ਸਾਨੂੰ ਇਜਾਜ਼ਤ ਮਿਲ ਜਾਏ ਤੇ ਅਸੀਂ। ਇਹ ਗੱਲ ਤੋਂ ਤੁਸੀਂ ਸੁਣਾਓ, ਤੁਸੀਂ ਦਰਵਾਜ਼ਾ ਕਿਵੇਂ ਭੇਜਿਆ? ਜੋ ਦਰਵਾਜ਼ਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਦਰਵਾਜ਼ਾ ਨਵਾਂ ਲਵਾ ਲਓ, ਅਸੀਂ ਤੁਹਾਨੂੰ ਆਪਣੀ ਜੋ ਵੀ ਸਾਡੇ ਹੈਗਾ ਕਰਨੇ ਆ, ਦਰਵਾਜ਼ਾ ਸਾਨੂੰ ਦੇ ਦਿਓ। ਉਹਨਾਂ ਸਾਨੂੰ ਦਰਵਾਜ਼ਾ ਦੇਤਾ, ਉਹ ਦਰਵਾਜ਼ਾ ਲੈ ਕੇ ਆਪਣੇ ਪਿੰਡ, ਮੇਰਾ ਪਿੰਡ ਜਿਹੜਾ ਬਾਬਾ ਨਾਨਕ ਕਰਤਾਰ ਸਾਹਿਬ ਦੇ ਬਿਲਕੁਲ ਆਪੋਜ਼ਿਟ ਹੈ, ਬਿਲਕੁਲ ਸਾਈਡ ਤੇ, ਉੱਥੇ ਉਹ ਦਰਵਾਜ਼ਾ ਤਕਰੀਬਨ 2 ਸਾਲ ਪਿਆ ਰਿਹਾ। ਕਈ ਕੋਸ਼ਿਸ਼ਾਂ ਕੀਤੀਆਂ ਕਿ ਉਹ ਦਰਵਾਜ਼ਾ ਆਪਾਂ ਵਾਇਆ ਵਾਘਾ ਪਾਕਿਸਤਾਨ ਪਹੁੰਚਾਈਏ, ਲੇਕਿਨ ਉਹ ਕਾਮਯਾਬੀ ਨਹੀਂ ਮਿਲੀ। ਫਿਰ ਅਸੀਂ ਸੋਚਿਆ ਕਿ ਉਹਨੂੰ ਦਰਵਾਜ਼ੇ ਨੂੰ ਹੀ ਵਾਇਆ ਦੁਬਈ ਪਹੁੰਚਾਈ। ਸਾਡਾ ਇੱਕ ਦੋਸਤ ਆ ਲੁਧਿਆਣੇ ਤੋਂ, ਉਹ ਇਹ ਕੰਮ ਕਰਦੇ ਇੰਪੋਰਟ ਐਕਸਪੋਰਟ ਦਾ, ਉਹਨਾਂ ਨੇ ਸਾਡੀ ਹੈਲਪ ਕੀਤੀ। ਉਹੀ ਦਰਵਾਜ਼ਾ ਬੰਬੇ ਪਹੁੰਚਾਇਆ, ਬੰਬੇ ਤੋਂ ਦੁਬਈ ਗਿਆ, ਦੁਬਈ ਤੋਂ ਫਿਰ ਕਰਾਚੀ ਪਹੁੰਚਿਆ, ਕਰਾਚੀ ਤੋਂ ਫੈਸਲਾਬਾਦ ਸਾਡਾ ਦੋਸਤ ਨਾਸਰ ਢਿੱਲੋਂ ਦਾ ਬ੍ਰਦਰ, ਉਹਦੇ ਘਰ ਪਹੁੰਚਿਆ। ਉੱਥੋਂ ਫਿਰ ਦਰਵਾਜ਼ਾ ਆਪਾਂ ਲੈ ਕੇ ਖੁਦ ਚੌਹਾਨ ਸਾਹਿਬ ਦੇ ਖੁਦ ਆਏ ਨੇ। ਤੇ ਤੁਸੀਂ ਉਹ ਦਰਵਾਜ਼ਾ ਲਵਾ ਦਿੱਤਾ ਹੈ ਆਪਣੇ ਉਹ ਘਰ, ਕਿਸ ਤਰ੍ਹਾਂ ਤੁਹਾਨੂੰ ਕੀ ਇਸਤੇਮਾਲ ਕਰਨਾ? ਇੱਕ ਸਟੋਰੀ 'ਚ ਬੜਾ ਵੱਡਾ ਮੋੜ ਹੈ, ਉਹ ਮੈਂ ਤੁਹਾਨੂੰ ਦੁਬਾਰਾ ਦੱਸਾਂ। ਜਦੋਂ ਇਹ ਦਰਵਾਜ਼ਾ ਦੁਬਈ ਗਿਆ, ਇਹ ਬੰਬੇ ਤੋਂ ਕਰਾਚੀ ਵਾਸਤੇ ਬੁੱਕ ਨਹੀਂ ਹੋਇਆ, ਕਿਉਂਕਿ ਟ੍ਰੇਡ ਪਾਕਿਸਤਾਨ ਇੰਡੀਆ ਦੀ ਨਹੀਂ ਹੈ। ਉੱਥੇ ਬੁੱਕ ਹੋਇਆ ਦੁਬਈ ਵਾਸਤੇ, ਉੱਥੇ ਰਿਸੀਵ ਕੀਤਾ ਗਿਆ, ਦੁਬਾਰਾ ਬੁੱਕ ਕਰਾਇਆ ਗਿਆ। ਹਾਂਜੀ, ਫਿਰ ਇਹ ਕਰਾਚੀ ਪਹੁੰਚਿਆ। ਕਰਾਚੀ ਤੋਂ ਇਹਨਾਂ ਦੇ ਸਾਡੇ ਕਾਮਨ ਦੋਸਤ ਨੇ ਸ਼ਾਹਜਹਾਨ ਢਿੱਲੋਂ ਸਾਹਿਬ, ਉਹ ਲੈ ਗਏ ਨੇ ਫੈਸਲਾਬਾਦ। ਉਹ ਫੈਸਲਾਬਾਦ ਤੋਂ ਦਰਵਾਜ਼ਾ ਉਸ ਦਿਨ ਲੈ ਕੇ ਆਏ ਨੇ ਜਿਸ ਦਿਨ ਇਹ ਵਾਘੇ ਤੋਂ ਐਂਟਰ ਹੋਏ ਨੇ, ਸਾਨੂੰ ਮਿਲਣ ਆਏ। ਫਿਰ ਇਹਨਾਂ ਨੇ ਆਪਣੇ ਦਰਵਾਜ਼ਾ ਮੈਨੂੰ ਦਿੱਤਾ ਹੈ। ਤੁਹਾਡਾ ਜਿਹੜੀ ਰਿਹਾਇਸ਼ ਉਹ ਕਿਹੜੀ ਜਗ੍ਹਾ ਇਸ ਟਾਈਮ? ਸਦਰ ਕੈਂਟ ਜੀ। ਸਦਰ ਕੈਂਟ, ਉਹ ਦਰਵਾਜ਼ਾ ਉੱਥੇ ਪਹੁੰਚ ਗਿਆ। ਦਰਵਾਜ਼ਾ ਪਹੁੰਚ ਗਿਆ। ਲੋ ਜੀ ਨਾਜ਼ਰੀਨ, ਇਹ ਸਦਰ ਕੈਂਟ ਦਰਵਾਜ਼ੇ ਦੀ ਪਹੁੰਚਣ ਦੀ ਕਹਾਣੀ ਅਸੀਂ ਤੁਹਾਨੂੰ ਪੂਰੀ ਸੁਣਾਈ ਹੈ। ਤੇ ਇਹ ਦਰਵਾਜ਼ਾ ਬੜਾ, ਮੈਂ ਤਾਂ ਸਮਝਦਾ ਕਿ ਮੁਕੱਦਸ ਦਰਵਾਜ਼ਾ ਹੈ ਕਿ ਇੱਕ ਖਾਨਦਾਨ ਦਾ ਜਿਹੜਾ 1947 ਤੋਂ ਪਹਿਲੇ ਦਾ ਸਮਝੋ ਘਰ ਖਾਲੀ ਹੋ ਗਿਆ ਸੀ, ਉਹ ਦੂਸਰੇ ਉਹਨਾਂ ਦੇ ਹੀ ਖਾਨਦਾਨ ਹੀ ਸਮਝ ਲਓ ਕਿ ਸਿੱਖ ਬ੍ਰਦਰਜ਼ ਨੇ ਉੱਥੋਂ ਇੰਡੀਆ ਤੋਂ ਬੁੱਕ ਕਰਵਾਇਆ ਤਾਂ ਬੜਾ ਲੰਬਾ ਰੂਟ ਲੈ ਕੇ ਤੇ ਪਾਕਿਸਤਾਨ ਪਹੁੰਚਿਆ। ਤੇ ਇਹ ਉਹ ਦੋਵੇਂ ਫੈਮਲੀਆਂ ਨੇ ਜਿਨ੍ਹਾਂ ਨੇ ਇਸ ਦਰਵਾਜ਼ੇ ਨੂੰ ਨਹੀਂ ਨਾ ਸਿਰਫ ਆਪਣੀ ਅਸਲ ਜਗ੍ਹਾ ਤੇ ਦੁਬਾਰਾ ਪਹੁੰਚਾਇਆ, ਬਲਕਿ ਇਹਨਾਂ ਦੋਵਾਂ ਫੈਮਲੀਆਂ ਦਾ ਬਹੁਤ ਵੱਡਾ ਕਿਰਦਾਰ ਹੈ ਤੇ ਪੰਜਾਬ ਵਾਸਤੇ, ਚੜ੍ਹਦੇ ਪੰਜਾਬ ਵਾਸਤੇ ਤੇ ਲਹਿੰਦੇ ਪੰਜਾਬ ਵਾਸਤੇ ਬੜੀ ਵੱਡੀ ਕਹਾਣੀ ਹੈ। ਇਹ ਤੁਹਾਨੂੰ ਅਸੀਂ ਪੂਰੀ ਕਹਾਣੀ ਤੇ ਦਰਵਾਜ਼ਾ ਵੀ ਤੁਹਾਨੂੰ ਦਵਾਵਾਂਗੇ ਇੰਸ਼ਾਅੱਲਾ ਤਾਲਾ। ਜੀ ਸਾਡੇ ਨਾਲ ਇਸ ਵਕਤ ਅਕਮਲ ਘੁੰਮਣ ਸਾਹਿਬ ਮੌਜੂਦ ਨੇ। ਇਹਨਾਂ ਨੇ ਇਸ ਪ੍ਰੋਗਰਾਮ ਦਾ ਜਿਹੜਾ ਮੁਕੱਦਮਾ ਹੈ ਨਾ, ਇਹ ਬੜਾ ਅੱਛਾ ਪੇਸ਼ ਕੀਤਾ ਤੇ ਇਹਨਾਂ ਕੋਲ ਪੁੱਛਿਆ ਤੇ ਇੱਕ ਬੁਨਿਆਦੀ ਖਾਕਾ ਕੀ ਸੀ ਇਹਦਾ? ਜੀ ਵੇਖੋ ਜੀ, ਗੱਲ ਇਹ ਵੇ ਕਿ ਪੰਜਾਬ ਜਿਹੜਾ ਹੈ ਉਹ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਆਬਾਦੀ ਦੇ ਲਿਹਾਜ਼ ਨਾਲ, ਔਰ ਸਾਡੇ ਲੋਕਾਂ ਦੀ ਹਰ ਹਵਾਲੇ ਨਾਲ ਮੁਲਕੀ ਤਰੱਕੀ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਲੇਕਿਨ ਇਹ ਵੇ ਕਿ ਪੰਜਾਬ ਦੇ ਲੋਕਾਂ ਨੇ, ਇਹ ਹਨੀਫ ਰਾਮੇ ਸਾਹਿਬ ਵੀ ਪੰਜਾਬ ਦਾ ਮੁਕੱਦਮਾ ਕਿਤਾਬ ਲਿਖੀ, ਤਾਂ ਉਹਨਾਂ ਇਹ ਕਿਹਾ ਕਿ ਪੰਜਾਬ ਦੀ ਜਿਹੜੀ ਆਪਣੇ ਨਾਲ ਮੁਹੱਬਤ ਹੈ ਪੰਜਾਬੀਆਂ ਦੀ, ਉਹ ਅਸੀਂ ਪਾਕਿਸਤਾਨ ਦੀ ਮੁਹੱਬਤ ਦੇ ਵਿੱਚ ਉਹਨੂੰ ਭੁੱਲ ਗਏ। ਹਾਲਾਂਕਿ ਆਪਣੀ ਜ਼ੁਬਾਨ, ਆਪਣੇ ਕਲਚਰ ਨਾਲ ਮੁਹੱਬਤ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਪਾਕਿਸਤਾਨ ਨਾਲ ਮੁਹੱਬਤ ਨਹੀਂ ਕਰਦੇ। ਅਸੀਂ ਆਪਣੀਆਂ ਜ਼ੁਬਾਨਾਂ ਨਾਲ ਪਿਆਰ ਕਰਾਂਗੇ ਤੇ ਦੂਜਿਆਂ ਦੀਆਂ ਜ਼ੁਬਾਨਾਂ ਦਾ ਇਹਤਰਾਮ ਕਰਾਂਗੇ ਤੇ ਅਸੀਂ ਇੱਕ ਜ਼ਿਆਦਾ
ਮਜ਼ਬੂਤ ਮੁਲਕ ਦੀ ਤਰ੍ਹਾਂ ਇੱਕ ਯੂਨਿਟੀ ਔਰ ਇਤਫਾਕ ਨਾਲ ਅੱਗੇ ਵਧਾਂਗੇ। ਜੀ ਨਾਜ਼ਰੀਨ, ਤੁਸੀਂ ਦੇਖਿਆ ਕਿ ਅਸੀਂ ਜਿਹੜੇ ਮੁਖਤਲਿਫ ਮਮਾਲਕ ਵਿੱਚੋਂ ਆਏ ਹੋਏ ਸਿੱਖ ਦੋਸਤਾਂ, ਸਾਡੇ ਸਿੱਖ ਜਿਹੜੇ ਮਹਿਮਾਨ ਸਨ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਈ। ਔਰ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਆਸਟ੍ਰੇਲੀਆ ਦੇ ਸਿੱਖਾਂ ਨਾਲ ਹੀ ਮਿਲਾਇਆ, ਬਰਤਾਨੀਆ ਦੇ ਦੂਸਰੇ ਮਮਾਲਕ ਦੇ ਇੰਡੀਆ ਤੋਂ ਵੀ ਆਏ ਜਿਹੜੇ ਸਿੱਖ ਸੀ ਉਹਨਾਂ ਦੇ ਨਾਲ ਤੁਹਾਨੂੰ ਮਿਲਾਇਆ। ਤੇ ਇੱਕ ਜਿਹੜੀ ਦਰਵਾਜ਼ੇ ਦੀ ਕਹਾਣੀ ਹੈ, ਜਿਹੜੀ ਇੰਡੀਆ ਤੋਂ ਚੱਲਿਆ ਤੇ ਕਈ ਮਮਾਲਕ ਤੋਂ ਹੋ ਕੇ ਪਾਕਿਸਤਾਨ ਪਹੁੰਚਿਆ, ਉਹਦੀ ਵੀ ਤੁਹਾਨੂੰ ਅਸੀਂ ਕਹਾਣੀ ਸੁਣਾਈ। ਤੇ ਇਹ ਪ੍ਰੋਗਰਾਮ ਦੇ ਦੌਰਾਨ ਸਿੱਖਾਂ ਨੇ ਕਿਹਾ ਕਿ ਅੱਜ ਅਸੀਂ ਲਾਹੌਰ 'ਚ ਆ ਕੇ ਤੇ ਪਹਿਲੀ ਵਾਰੀ ਜੰਮ ਗਏ ਹਾਂ। ਅਸੀਂ ਲਾਹੌਰ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਅੱਜ ਉਹ ਮਿਸਾਲ ਉਹਨਾਂ ਨੇ ਕਿਹਾ ਜੀ ਪੂਰੀ ਹੋ ਗਈ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਉਹ ਸਿੱਖਾਂ ਦੀ ਜਿਹੜੇ ਖਿਆਲਾਤ ਨੇ ਉਹ ਵੀ ਸੁਣਾਏ ਨੇ। ਤੇ ਅੱਜ ਇਸ ਸਾਡੇ ਪ੍ਰੋਗਰਾਮ ਦਾ ਵਕਤ ਜਿਹੜਾ ਉਹ ਖਤਮ ਹੋ ਰਿਹਾ ਹੈ। ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਮੇਜ਼ਬਾਨ ਇਜਾਜ਼ ਅਹਿਮਦ ਬੱਟ ਨੂੰ ਇਜਾਜ਼ਤ ਦਿਓ ਤੇ ਅੱਲਾਹ ਹਾਫਿਜ਼।